ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਕਰੀ ਵਕਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਖੰਡ ਪਾਤਾਲ ਅਸੰਖ, ਮੈਂ ਗਣਤ ਨਾ ਹੋਈ। ਤੂੰ ਕਰਤਾ ਗੋਬਿੰਦ, ਤੁਧ ਸਿਰਜੀ ਤੁਧੈ ਕੋਈ। ਖੰਡ ਪਤਾਲ ਅਸੰਖ, ਮੈਂ ਗਣਤ ਨਾ ਹੋਈ। ਤੂੰ ਕਰਤਾ ਗੋਬਿੰਦ, ਤੁਧ ਸਿਰਜੀ ਤੁਧੈ ਕੋਈ। 184 ਮੇਦਨੀ, ਤੁਝ ਹੀ ਤੇ ਹੋਈ। ਇਕ ਰਾਜੇ ਖਾਨ ਮਲੂਕ, ਕਹਿ ਕਹਾਵਹਿ ਕੋਈ। ਇਕ ਸ਼ਾਹ ਸਦਾਵਹਿ ਸੰਚ ਧਨ, ਦੂਜਾ ਪਤ ਖੋਈ। ਇਕ ਦਾਤੇ ਇਕ ਮੰਗਤੇ, ਸਭਨਾ ਸਿਰ ਸੋਈ। ਬਿਨ ਨਾਵਾ ਬਾਜ਼ਾਰੀਆਂ, ਪਿਹਾਵਲ ਹੋਈ। ਕੂੜ ਨਿਖੁੱਟੇ ਨਾਨਕਾ, ਸੱਚ ਕਰੇ ਸੋ ਹੋਈ। ਬਿਨ ਨਾਵੈ ਬਾਜ਼ਾਰੀਆਂ, ਪਿਹਾਵਲ ਹੋਈ। ਕੂੜ ਨਿਖੁੱਟੇ ਨਾਨਕਾ, ਸੱਚ ਕਰੇ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ।
ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਮਲਾਰ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਵਾਰ, ਉਸ ਦੀ ਵਿਚਾਰ ਚੱਲ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1283 ਅੰਗ ਤੇ ਸ਼ਬਦ ਦੀ ਵਿਚਾਰ ਹੈ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਪੌੜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਕੇ ਮਤ ਬੁੱਧ ਸੂਝ ਬੂਝ ਵਿਵੇਕ ਬੁੱਧ ਦੀ ਬਖਸ਼ਿਸ਼ ਕਰਨ, ਤਾਂ ਕਿ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਹੋ ਸਕੇ। ਆਓ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਪ੍ਰਾਪਤ ਕਰਨ ਲਈ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੀ ਇਹ ਪਾਵਨ ਪਵਿੱਤਰ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀਆਂ ਜੋ ਖੇਡਾਂ ਨੇ, ਜੋ ਕਰ ਰਿਹਾ ਹੈ ਪਰਮਾਤਮਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜ਼ਿਕਰ ਕਰ ਰਹੇ ਨੇ, ਕਿਤਨੇ ਕੁ ਉਸਨੇ ਪਤਾਲ ਬਣਾਏ, ਕਿਤਨੇ ਕੁ ਆਕਾਸ਼ ਬਣਾਏ, ਕਿੰਨੀਆਂ ਕੁ ਧਰਤੀਆਂ ਬਣਾਈਆਂ ਉਸ ਅਕਾਲ ਪੁਰਖ ਨੇ, ਕਿੰਨੇ ਕੁ ਜੀਵ ਜੰਤੂ ਬਣਾਏ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੇਰੇ ਕੋਲੋਂ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਗਿਣੇ ਨਹੀਂ ਜਾ ਸਕਦੇ। ਸਾਹਿਬ ਕਹਿ ਰਹੇ ਨੇ, ਉਸਨੇ ਸ੍ਰਿਸ਼ਟੀ ਆਪ ਬਣਾਈ, ਆਪ ਹੀ ਸ੍ਰਿਸ਼ਟੀ ਨੂੰ ਬਣਾ ਕੇ ਜੀਵ ਪੈਦਾ ਕੀਤੇ, ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ। ਜਦੋਂ ਉਹਦਾ ਜੀ ਚਾਹੇ ਇਸ ਬਣਾਈ ਹੋਈ ਧਰਤੀ ਨੂੰ ਉਹ ਨਸ਼ਟ ਵੀ ਕਰ ਸਕਦਾ ਹੈ। ਤੇ ਸਾਹਿਬ ਕਹਿੰਦੇ ਨੇ, ਇਸ ਧਰਤੀ ਤੇ ਉਹਦੇ ਵੱਲੋਂ ਪੈਦਾ ਕੀਤੇ ਹੋਏ ਕਈ ਇੱਥੇ ਰਾਜੇ, ਕਈ ਇੱਥੇ ਮੰਗਤੇ, ਕਈ ਭਿਖਾਰੀ, ਕਈ ਜੀਵ ਆਪਣੇ ਆਪ ਨੂੰ ਚੌਧਰੀ, ਮਲੂਕ, ਕਈ ਆਪਣੇ ਆਪ ਨੂੰ ਸ਼ਾਹੂਕਾਰ ਅਖਵਾ ਰਹੇ ਨੇ। ਇਹ ਸਾਰਾ ਕੁਝ ਕਰਤੇ ਨੇ ਆਪ ਹੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਸ੍ਰਿਸ਼ਟੀ ਨੂੰ ਬਣਾ ਕੇ ਸਾਰਾ ਕੁਝ ਆਪ ਹੀ ਕਰਵਾ ਰਿਹਾ, ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੋਇਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਪਾਵਨ ਪਵਿੱਤਰ ਸ਼ਬਦ ਦਾ ਇਹ ਮੁੱਖ ਭਾਵ ਹੈ। ਤੇ ਪਰ ਸਾਰੀ ਵਿਚਾਰ ਕਰਕੇ ਅਖੀਰਲੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਜੀਵਾਂ ਨੂੰ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਭੁੱਲ ਗਿਆ ਹੈ, ਸਾਹਿਬ ਜੀ ਕਹਿੰਦੇ ਇਸ ਧਰਤੀ ਤੇ ਆ ਕੇ ਜਿਹੜੇ ਜੀਵ ਪਰਮਾਤਮਾ ਨੂੰ ਭੁੱਲ ਗਏ ਨੇ, ਧਰਤੀ ਉੱਤੇ ਉਹ ਬੋਝ ਹਨ। ਧਰਤੀ ਵੀ ਉਹਨਾਂ ਦੇ ਬਾਰੇ ਕਹਿੰਦੀ ਹੈ ਕਿ ਇਹ ਜੀਵ ਮੈਨੂੰ ਭਾਰੇ ਲੱਗਦੇ ਹਨ। ਤੇ ਸਾਹਿਬ ਕਹਿੰਦੇ ਨੇ, ਅਸਲ ਵਿੱਚ ਹੋਣਾ ਉਹੀ ਹੈ ਜੋ ਸੱਚ ਹੈ। ਕੂੜ ਇੱਕ ਦਿਨ ਨਸ਼ਟ ਹੋ ਜਾਣਾ ਹੈ, ਕੂੜ ਨੇ ਇੱਕ ਦਿਨ ਖਤਮ ਹੋ ਜਾਣਾ ਹੈ, ਤੇ ਸੱਚ ਹੀ ਸੰਸਾਰ ਤੇ ਸਦੀਵੀ ਰਹਿੰਦਾ ਹੈ। ਇਹ ਹੈ ਸ਼ਬਦ ਦਾ ਸਮੁੱਚਾ ਭਾਵ। ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਹੁਣ ਅਸੀਂ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਾਹਿਬ ਕਹਿੰਦੇ ਨੇ, ਜੋ ਕੁਝ ਸਾਨੂੰ ਦਿਸਦਾ ਹੈ ਨਾ, ਇਹ ਸਾਰਾ ਕੁਝ ਉਹਦੀ ਹੁਕਮ ਦੀ ਖੇਡ ਵਿੱਚ ਹੀ ਹੈ। ਸਾਹਿਬ ਕਿਰਪਾ ਕਰਦੇ ਨੇ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ, ਇਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ,
ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਇ। ਸਾਹਿਬ ਕਹਿੰਦੇ ਜੇ ਕਿਸੇ ਜੀਵ ਨੂੰ ਇਹ ਸਮਝ ਆ ਜਾਵੇ ਤੇ ਫਿਰ ਉਹ ਕਾਹਦੀ ਹਉਮੈ ਕਰੇ, ਕਾਹਦਾ ਅਹੰਕਾਰ ਕਰੇ। ਜੇ ਉਹਨੂੰ ਇਹ ਸਮਝ ਆਵੇ ਕਿ ਸਾਰਾ ਕੁਝ ਕਰਤੇ ਨੇ ਹੀ ਸਰੀਰ ਬਣਾਏ ਨੇ, ਉਹੀ ਕਿਸੇ ਨੂੰ ਵਡਿਆਈ ਦੇ ਰਿਹਾ ਹੈ। ਪ੍ਰਭੂ ਪਰਮਾਤਮਾ ਦੁੱਖ ਸੁੱਖ ਜੋ ਵੀ ਦੇ ਰਿਹਾ ਉਹ ਆਪਣੇ ਹੁਕਮ ਵਿੱਚ ਹੀ ਸਾਰੀ ਖੇਡ ਨੂੰ ਚਲਾ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਇਹ ਸ਼ਬਦ ਵਰਤੇ ਹਨ ਕਿ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼। ਜਿਵੇਂ ਅੱਜ ਦੇ ਸ਼ਬਦ ਵਿੱਚ ਸਾਹਿਬ ਕਹਿੰਦੇ ਨੇ ਨਾ, ਖੰਡ ਪਾਤਾਲ ਅਸੰਖ। ਅਸੰਖ ਦਾ ਮਤਲਬ ਹੈ ਕਿ ਜਿਹਦੀ ਕੋਈ ਗਿਣਤੀ ਹੀ ਨਹੀਂ ਹੈ। ਵੈਸੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਅਸੰਖ ਕਹਿਣਾ ਵੀ ਜਿਹੜਾ ਨਾ ਇਹ ਵੀ ਸਿਰ ਤੇ ਇੱਕ ਬੋਝ ਹੈ ਕਿ ਅਸੰਖ ਕਹਿਣ ਨਾਲ ਵੀ ਅਸੰਖ ਕਹਿ ਹੈ ਸਿਰ ਭਾਰ ਹੋਏ। ਸਾਹਿਬ ਕਹਿੰਦੇ ਅਸੰਖ ਵੀ ਕਹਿ ਦਈਏ ਨਾ, ਇਹਦਾ ਮਤਲਬ ਅਸੰਖ ਵੀ ਕਿਤੇ ਨਾ ਕਿਤੇ ਜਾ ਕੇ ਤਾਂ ਗਿਣਤੀ ਦੀ ਕੋਈ ਹੱਦ ਹੁੰਦੀ ਹੋਵੇਗੀ। ਸਾਹਿਬ ਨੇ ਗੁਰਬਾਣੀ 'ਚ ਕਹਿ ਦਿੱਤਾ ਵੀ ਅਸੰਖ ਕਹਿਣਾ ਵੀ ਇਉਂ ਕਹਿ ਲਓ ਵੀ ਸਿਰ 'ਤੇ ਵੀ ਇੱਕ ਬੋਝ ਬੈਠ ਜਾਂਦਾ, ਭਾਰ ਬਣ ਜਾਂਦਾ। ਅਸੰਖ ਵੀ ਨਹੀਂ, ਉਹ ਤੇ ਬੇਅੰਤ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਸਾਹਿਬ ਨੇ ਇਹ ਵੀ ਸ਼ਬਦ ਵਰਤੇ ਨੇ ਕਿ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ। ਹੁਣ ਜਦੋਂ ਅੱਜ ਦੇ ਸਾਇੰਸਦਾਨ ਇਸ ਚੀਜ਼ ਨੂੰ ਦੇਖਦੇ ਨੇ ਤਾਂ ਉਹ ਕਹਿੰਦੇ ਨੇ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਤੋਂ 500 ਸਾਲ ਪਹਿਲਾਂ ਕਹਿ ਗਏ ਨੇ, ਵਾਕਿਆ ਹੀ ਇਹ ਸੱਚ ਹੈ ਕਿ ਇੱਕ ਧਰਤੀ ਨਹੀਂ, ਪਤਾ ਨਹੀਂ ਕਿੰਨੀਆਂ ਕੀ ਇਹ ਧਰਤੀਆਂ ਹਨ। ਇੱਕ ਪਾਤਾਲ ਨਹੀਂ, ਪਤਾ ਨਹੀਂ ਕਿੰਨੇ ਕੁ ਪਾਤਾਲ, ਕਿੰਨੇ ਕੁ ਆਕਾਸ਼, ਕਿੰਨੇ ਕੁ ਇਹ ਜਿਹੜੇ ਖੰਡ ਬ੍ਰਹਿਮੰਡ ਹਨ, ਕਿੰਨੇ ਕੁ ਨੇ। ਇਹ ਵਿਗਿਆਨੀ ਵੀ ਕਹਿਣ ਲੱਗ ਪਏ ਆ ਕਿ ਗੱਲ ਸਮਝ ਤੋਂ ਬਾਹਰ ਹੈ ਤੇ ਸਤਿਗੁਰਾਂ ਨੇ ਪਹਿਲਾਂ ਹੀ ਇਹ ਫੈਸਲਾ ਦੇ ਦਿੱਤਾ। ਹੁਣ ਸਾਹਿਬ ਕਿਰਪਾ ਕਰਦੇ ਨੇ ਕਿ ਇਹ ਸਾਰੇ ਕੁਝ ਨੂੰ ਬਣਾਉਣ ਵਾਲਾ ਹੈ ਕੌਣ? ਕਹਿੰਦੇ ਕਰਤਾ। ਕਰਤਾ ਤੋਂ ਭਾਵ ਹੈ ਜੋ ਬਣਾਉਂਦਾ ਹੈ। ਹੁਣ ਮੂਲ ਮੰਤਰ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕਰਤਾ, ਕਰਤੇ ਤੋਂ ਭਾਵ ਬਣਾਉਂਦਾ ਜੋ ਸਾਰਾ ਕੁਝ। ਫਿਰ ਸਾਹਿਬ ਕਹਿੰਦੇ ਨੇ ਕਰਤੇ ਦੇ ਨਾਲ ਹੀ ਅਗਲਾ ਸ਼ਬਦ ਵਰਤ ਦਿੱਤਾ ਪੁਰਖ। ਪੁਰਖ ਦਾ ਮਤਲਬ ਹੈ ਵਿਆਪਕ। ਸਾਹਿਬ ਕਹਿੰਦੇ ਨੇ ਜਿਵੇਂ ਕਿਸੇ ਮਨੁੱਖ ਨੇ ਘੜਾ ਬਣਾਇਆ, ਬਣਾਉਣ ਵਾਲਾ ਕਿਤੇ ਹੈ, ਘੜਾ ਕਿਤੇ ਪਿਆ ਹੈ। ਕਿਸੇ ਤਸਵੀਰ ਬਣਾਈ ਹੈ, ਤਸਵੀਰ ਕਿਤੇ ਟੰਗੀ ਹੈ, ਬਣਾਉਣ ਵਾਲਾ ਕਿਤੇ ਹੈ। ਪਰ ਕਹਿੰਦੇ ਅਕਾਲ ਪੁਰਖ ਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਨੇ ਧਰਤੀ ਬਣਾ ਕੇ, ਜੀਵ ਬਣਾ ਕੇ, ਖੰਡ ਪਾਤਾਲ ਬਣਾ ਕੇ, ਇਹ ਸਾਰਾ ਕੁਝ ਸਿਰਜ ਕੇ ਤੇ ਰੱਬ ਆਪ ਪਤਾ ਨਹੀਂ ਕਿੱਥੇ ਬਹਿ ਗਿਆ। ਸਾਹਿਬ ਕਹਿੰਦੇ ਇਹ ਰੱਬ ਉੱਤੇ ਨਹੀਂ ਗੱਲ ਢੁਕਦੀ ਕਿ ਉਹਨੇ ਸਾਰਾ ਕੁਝ ਬਣਾਇਆ ਤੇ ਆਪ ਕਿੱਥੇ ਚਲਿਆ ਗਿਆ। ਸਾਹਿਬ ਕਹਿੰਦੇ ਪੁਰਖ, ਪੁਰਖ ਮੈਨੇ ਵਿਆਪਕ। ਜੋ ਕੁਝ ਉਹਨੇ ਬਣਾਇਆ ਉਹ ਸਾਰੇ ਕੁਝ ਦੇ ਆਪ ਵਿੱਚ ਵਿਆਪਕ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 3 ਸੋਦਰ ਉਚਾਰੇ ਨੇ। ਇੱਕ ਸੋਦਰ ਹੈ ਜੋ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਇੱਕ ਸੋਦਰ ਹੈ ਜਿਹੜਾ ਅਸੀਂ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਇੱਕ ਸੋਦਰ ਹੈ ਜਿਹੜਾ ਰਾਗ ਆਸਾ ਵਿੱਚ ਹੈ। 3 ਸੋਦਰ ਨੇ। ਤਿੰਨਾਂ ਸੋਦਰਾਂ ਦੇ ਭਾਵੇਂ ਸ਼ਬਦਾਂ ਦੇ ਬੰਤਰ ਦੇ ਵਿੱਚ ਫਰਕ ਜ਼ਰੂਰ ਹੈ। ਸ਼ਬਦਾਂ ਦੇ ਬੰਤਰ ਵਿੱਚ ਭਾਵ ਕਿ ਉਚਾਰਨ ਦੇ ਵਿੱਚ ਤਿੰਨਾਂ ਦੇ ਵਿੱਚ ਹੀ ਅੰਤਰ ਹੈ, ਪਰ ਅਰਥਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਅਰਥ ਉਹਨਾਂ ਦੇ ਇੱਕ ਹੀ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੋਈ ਵੀ ਸੋਦਰ ਤੁਸੀਂ ਲੈ ਲਓ, ਭਾਵੇਂ ਜਪਜੀ ਸਾਹਿਬ ਵਾਲਾ, ਚਾਹੇ ਸੋਦਰ ਰਹਿਰਾਸ ਸਾਹਿਬ ਵਾਲਾ, ਚਾਹੇ ਰਾਗ ਆਸਾ ਵਾਲਾ, ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਕਰਤੇ ਪੁਰਖ ਨੂੰ ਸਾਹਮਣੇ ਰੱਖ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਐ ਵਾਹਿਗੁਰੂ ਜੀ, ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਤੇਰਾ ਉਹ ਦਰ, ਤੇਰਾ ਉਹ ਘਰ ਕਿਹੋ ਜਿਹਾ ਹੈ ਜਿੱਥੇ ਬੈਠਾ ਹੋਇਆ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ, ਜਿੱਥੇ ਇਹਨਾਂ ਜੀਵਾਂ ਨੂੰ ਤੂੰ ਪੈਦਾ ਕਰਕੇ ਇਹਨਾਂ ਦੀ ਨਿਗਰਾਨੀ ਕਰਦਾ ਹੈ। ਉਹ ਤੇਰਾ ਦਰ, ਉਹ ਤੇਰਾ ਘਰ ਕਿਹੋ ਜਿਹਾ ਹੈ। ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰਿਸ਼ੋ ਕਹੀਨ ਕੇਤੇ ਗਾਵਣ ਹਾਰੇ। ਗਾਵਹਿ ਤੋਹਨੋ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਣ, ਸੁਰਗਾ ਮਛ ਪਿਆਲੇ।
ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਸਾਹਿਬ ਜੀ ਕਹਿੰਦੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਧਾਰੇ। ਸੇਈ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਫਿਰ ਕਹਿੰਦੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ। ਸਾਰਿਆਂ ਦਾ ਜ਼ਿਕਰ ਕਰਕੇ ਨਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਬਨਸਪਤੀ ਗਾ ਰਹੀ ਹੈ, ਤੈਨੂੰ ਇੰਦਰ ਗਾ ਰਿਹਾ, ਤੈਨੂੰ ਵਿਸ਼ਨੂੰ ਗਾ ਰਿਹਾ, ਤੈਨੂੰ ਧਰਮਰਾਜ ਗਾ ਰਿਹਾ, ਤੈਨੂੰ ਜਿਹੜੇ ਜੋਗੀ ਗਾ ਰਹੇ ਨੇ, ਜਤੀ ਗਾ ਰਹੇ ਨੇ, ਸਿੱਧ ਪੀਰ ਗਾ ਰਹੇ ਨੇ, ਪਾਣੀ ਗਾ ਰਿਹਾ, ਅੱਗ ਗਾ ਰਹੀ, ਸਾਰੇ ਤੈਨੂੰ ਗਾਉਂਦੇ ਪਏ ਨੇ। ਤੇ ਸਾਹਿਬ ਨੇ ਫਿਰ ਕਹਿ ਦਿੱਤਾ, ਕਹਿੰਦੇ ਹੋਰ ਕੀਤੇ ਗਾਵਣ, ਕਿੰਨੇ ਕੁ ਹੋਰ ਵੀ ਗਾਉਂਦੇ ਨੇ ਤੈਨੂੰ। ਸੇ ਮੈਂ ਚਿਤ ਨਾ ਆਵਣ, ਮੇਰੇ ਜਿਹੜੇ ਚਿੱਤ ਚੇਤੇ ਵਿੱਚ ਵੀ ਨਹੀਂ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਉਹ ਵੀ ਗਾ ਰਹੇ ਨੇ ਜਿਹੜੇ ਮੇਰੇ ਚੇਤੇ ਵਿੱਚ ਨਹੀਂ ਹਨ। ਇਹਦਾ ਮਤਲਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਅਕਾਲ ਪੁਰਖ ਕਰਤੇ ਦੀ ਇਸ ਸਾਰੀ ਖੇਡ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਈ ਉਹਦੀ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੋਂ ਤੱਕ ਕਹਿੰਦੇ ਹਨ ਕਿ ਨਾਨਕ ਕਥਨਾ ਕਰੜਾ ਸਾਰ। ਕਹਿੰਦੇ ਤਾਂ ਇਉਂ ਹੈ ਜਿਵੇਂ ਸਾਰ ਦਾ ਅਰਥ ਉੱਥੇ ਹੈ ਲੋਹਾ। ਕਹਿੰਦੇ ਜਿਵੇਂ ਲੋਹਾ ਦੰਦਾਂ ਨਾਲ ਚਬਾਉਣ ਵਾਲੀ ਗੱਲ ਹੈ, ਇਸ ਤਰ੍ਹਾਂ ਹੈ ਰੱਬ ਬਾਰੇ ਕੁਝ ਕਹਿਣਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਈ ਉਸ ਅਕਾਲ ਪੁਰਖ ਦੀ ਇਸ ਖੇਡ ਨੂੰ ਕੋਈ ਨਹੀਂ ਜਾਣ ਸਕਦਾ ਕਿ ਉਹਨੇ ਇਹ ਸਾਰੀ ਕੀ ਖੇਡ ਬਣਾਈ ਹੈ। ਆਓ ਗੁਰਬਾਣੀ ਵਿੱਚੋਂ ਸਤਿਗੁਰੂ ਮਹਾਰਾਜ ਜੀ ਹੋਰ ਵੀ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜ਼ਾਏ। ਸਾਹਿਬ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਕਿੰਨੇ ਜੀਵ ਆਏ ਜਿਨ੍ਹਾਂ ਨੇ ਆਪਣੇ ਬੜੇ ਬੜੇ ਕਿਲੇ ਬਣਾਏ। ਬੜੇ ਬੜੇ ਇੱਥੇ ਜੀਵ ਧਰਤੀ ਉੱਤੇ ਆਏ, ਉਹਨਾਂ ਨੇ ਆਪਣੇ ਕਿਲੇ ਬਣਾਏ ਜਿਹੜੇ ਨਾ ਹਿੱਲਣ ਵਾਲੇ। ਆਪਣੀ ਇਸ ਧਰਤੀ ਉੱਤੇ ਬੜੇ ਬੜੇ ਕਿਲੇ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਆਪਣੀਆਂ ਇਉਂ ਕਹਿ ਲਓ ਜਿਉਂਦੇ ਜੀ ਜੋ ਆਪਣਾ ਨਾਮ ਵਜਾ ਕੇ ਜਾਣ ਵਾਲੇ ਜੀਵ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੋ ਅਸਮਾਨ ਨਾ ਮਾਵਈ, ਜਿਹੜੇ ਇਹ ਕਹਿੰਦੇ ਸੀ ਵੀ ਅਸਮਾਨ ਵੀ ਨਾ ਮਾਵੀ ਦਾ ਮਤਲਬ ਹੈ ਜਿਹੜੇ ਫੁੱਲੇ ਨਹੀਂ ਸੀ ਸਮਾਉਂਦੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਬਾਰੇ ਵੀ ਜੇ ਕਹੀਏ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ 3 ਨੱਕ ਨੱਥਾਂ ਪਾਏ ਰੱਬ ਨੇ ਤਾਂ ਵੀ ਉਹਨਾਂ ਨੂੰ ਵੀ ਨੱਕਾਂ ਵਿੱਚ ਨੱਥਾਂ ਪਾ ਕੇ ਅੱਗੇ ਤੋਰ ਲਿਆ ਹੈ। ਜਿਹੜੇ ਬੜੇ ਬੜੇ ਇੱਥੇ ਕਿਲੇ ਬਣਾ ਕੇ ਕਹਿੰਦੇ ਸੀ ਤੁਰਨਾ ਹੀ ਨਹੀਂ ਹੈ। ਜਿਵੇਂ ਇਹ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਰਾਮ ਵਰਗੇ ਰਾਵਣ ਵਰਗੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਤਾਂ ਮੌਤ ਨੂੰ ਕਾਲ ਨੂੰ ਬੰਨ੍ਹਿਆ ਹੋਇਆ ਹੈ, ਉਹਨਾਂ ਨੂੰ ਵੀ ਪ੍ਰਭੂ ਪਰਮਾਤਮਾ ਨੇ ਅੱਗੇ ਲਾ ਕੇ ਤੋਰ ਲਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਸ ਕਰਤੇ ਦੀਆਂ ਹੋਰ ਖੇਡਾਂ ਬਾਰੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ ਪ੍ਰਮਾਤਮਾ ਕੀ ਕਰ ਰਿਹਾ ਹੈ ਤੇ ਕੀ ਕਰ ਸਕਦਾ ਹੈ, ਇਹਦੇ ਬਾਰੇ ਜੇ ਕੋਈ ਜੀਵ ਚਾਹੇ ਪੂਰਾ ਜਾਣਿਆ ਤਾਂ ਨਹੀਂ ਜਾ ਸਕਦਾ। ਪਰ ਕੁਝ ਕੁ ਪ੍ਰਮਾਣ ਦਿੱਤੇ ਨੇ ਪਾਵਨ ਬਾਣੀ ਵਿੱਚ ਵੀ ਕਰਤੇ ਦੀਆਂ ਖੇਡਾਂ ਬਾਰੇ। ਕਹਿੰਦੇ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ। ਉਸ ਕਰਤੇ ਨੇ ਪਤਾ ਨਹੀਂ ਸ੍ਰਿਸ਼ਟੀ ਨੂੰ ਬਣਾ ਕੇ ਕਈਆਂ ਨੂੰ ਸੁੰਦਰ ਸੌਣ ਵਾਸਤੇ ਪਲੰਗ ਦੇ ਦਿੱਤੇ ਪਰਮਾਤਮਾ ਨੇ, ਨਿਵਾਰੀ ਪਲੰਗ ਸੌਣ ਵਾਸਤੇ ਕੁਦਰਤ ਨੇ ਪਰਮਾਤਮਾ ਨੇ ਕਈਆਂ ਨੂੰ ਦੇ ਦਿੱਤੇ। ਤੇ ਸਾਹਿਬ ਜੀ ਕਹਿੰਦੇ ਨੇ ਕਈਆਂ ਨੂੰ ਪਰਮਾਤਮਾ ਨੇ ਗਲੀ ਹੋਈ ਗੋਦੜੀ ਵੀ ਨਹੀਂ ਦਿੱਤੀ, ਭਾਵ ਕਿ ਪਾਟਾ ਜਿਹਾ ਬਸਤਰ ਵੀ ਨਹੀਂ ਦਿੱਤਾ ਜਿਹੜਾ ਉਹ ਆਪਣਾ ਲੈ ਕੇ ਤੇ ਆਰਾਮ ਕਰ ਸਕਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਭਗਤਾਂ ਨੇ ਉਸ ਕਰਤੇ ਦੀ ਖੇਡ ਬਾਰੇ ਸਾਨੂੰ ਦੱਸਿਆ। ਕਹਿਣ ਲੱਗੇ ਕੀ ਅੰਦਾਜ਼ਾ ਲਾ ਸਕਦੇ ਹਾਂ ਜਿਹਦਾ ਅੱਜ ਜ਼ਿਕਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਪਾਵਨ ਪਵਿੱਤਰ ਸ਼ਬਦ ਵਿੱਚ ਕਰ ਰਹੇ ਨੇ ਨਾ ਕਿ ਉਹਨੇ ਸ੍ਰਿਸ਼ਟੀ ਬਣਾਈ, 84 ਲੱਖ ਜਿਊਣ ਬਣਾਈ, ਰਾਜੇ ਬਣਾਏ, ਧਨ ਦੌਲਤ ਇਕੱਤਰ ਕਰਨ ਵਾਲੇ ਜੀਵ ਬਣਾਏ, ਸਾਰਾ ਕੁਝ ਬਣਾਇਆ ਉਸਨੇ। ਤੇ ਸਾਹਿਬ ਜੀ ਕਹਿੰਦੇ ਨੇ ਉਸ ਕਰਤੇ ਦੀਆਂ ਕੁਦਰਤ ਦੀਆਂ ਖੇਡਾਂ ਹੋਰ ਵੀ ਜੇ ਸੰਸਾਰ ਵਿੱਚ ਕੋਈ ਜਾਣਨਾ ਚਾਹੁੰਦਾ ਹੈ ਤੇ ਭਗਤ ਸਾਹਿਬਾਨ ਕਹਿੰਦੇ ਕਾਹੂ ਕਬਹੂ ਖੀਰ ਖਾਂਡ ਘਿਓ ਨਾ ਭਾਵੈ। ਕਹਿਣ ਲੱਗੇ ਪ੍ਰਮਾਤਮਾ ਨੇ ਕਈਆਂ ਨੂੰ ਖੰਡ ਭਾਵ ਕੇ ਸੁੰਦਰ ਪਦਾਰਥ ਦਿੱਤੇ, ਘਿਓ ਦਿੱਤਾ, ਖੰਡ ਦਿੱਤੀ। ਖੀਰ ਦਾ ਮਤਲਬ ਇੱਥੇ ਦੁੱਧ ਹੈ, ਚੰਗੇ ਪਦਾਰਥ। ਅਕਾਲ ਪੁਰਖ ਵਾਹਿਗੁਰੂ ਨੇ ਕਈਆਂ ਨੂੰ ਚੰਗੇ ਚੰਗੇ ਪਦਾਰਥ ਦਿੱਤੇ, ਪਰ ਚੰਗੇ ਪਦਾਰਥ ਦਿੱਤਿਆਂ ਵੀ ਉਹ ਜੀਵ ਮਾਣ ਹੀ ਨਾ ਸਕੇ ਉਹਨਾਂ ਪਦਾਰਥਾਂ ਨੂੰ। ਤੇ ਸਭ ਕਹਿੰਦੇ ਕਬਹੂ ਘਰ ਘਰ ਟੂਕ ਮਗਾਵੈ। ਇਹ ਭਗਤ ਨਾਮਦੇਵ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਕਹਿਣ ਲੱਗੇ ਪ੍ਰਭੂ ਪਰਮਾਤਮਾ ਕੁਦਰਤ ਦੀਆਂ ਬਈ ਕੋਈ ਖੇਡਾਂ ਨੂੰ ਨਹੀਂ ਜਾਣ ਸਕਦਾ। ਕਈਆਂ ਨੂੰ ਤੇ ਸੁੰਦਰ 36 ਪ੍ਰਕਾਰ ਦੇ ਭੋਜਨ ਪਰਮਾਤਮਾ ਦੇ ਰਿਹਾ, ਫਿਰ ਵੀ ਉਹਨਾਂ ਨੂੰ ਉਹ ਪਦਾਰਥ ਜਿਹੜੇ ਮਾਨਣ ਦਾ ਜਿਹੜਾ ਹੈ ਸਬੱਬ ਹੀ ਨਹੀਂ ਮਿਲਦਾ।
ਤੇ ਸਾਹਿਬ ਕਹਿੰਦੇ ਨੇ, ਕਹਿੰਦੇ ਕਬਹੂ ਘਰ ਘਰ ਟੂਕ ਮਗਾਵੇ ਭਗਤ ਨਾਮਦੇਵ ਜੀ। ਕਹਿੰਦੇ ਕਈਆਂ ਨੂੰ ਘਰ ਘਰ ਵਿੱਚ ਟੁਕੜੇ ਮੰਗਣ ਲਾ ਦਿੱਤਾ ਉਸਨੇ, ਕਈਆਂ ਨੂੰ ਘਰ ਘਰ ਵਿੱਚ ਟੁਕੜ ਮੰਗਣ ਲਾ ਦਿੱਤਾ ਉਸ ਪਰਮਾਤਮਾ ਨੇ। ਕਹਿੰਦੇ ਕਬਹੂ ਕੂਰਨ ਚਨੇ ਬਣਾਵੇ, ਕੂਰਨ ਦਾ ਅਰਥ ਇੱਥੇ ਕੀਤਾ ਕੂੜਾ। ਭਗਤ ਨਾਮਦੇਵ ਜੀ ਕਹਿੰਦੇ ਉਹਦੀਆਂ ਖੇਡਾਂ ਦਾ ਕੋਈ ਸਮਝ ਨਹੀਂ ਲੱਗਦੀ। ਕਈਆਂ ਨੂੰ ਪ੍ਰਭੂ ਪਰਮਾਤਮਾ ਨੇ ਕੂੜਿਆਂ ਦੇ ਢੇਰ ਉੱਤੇ ਕੂੜਾ ਚੁਣਨ ਵਾਸਤੇ ਲਾ ਦਿੱਤਾ, ਤੇ ਉਸ ਕੂੜਾ ਚੁਣਦਿਆਂ ਹੋਇਆਂ ਉਹਦੇ ਵਿੱਚੋਂ ਕੁਝ ਦਾਣੇ ਖਾਣ ਵਾਸਤੇ ਪਰਮਾਤਮਾ ਕਈਆਂ ਨੂੰ ਉਧਰਲੇ ਬੰਨੇ ਲਾ ਦਿੱਤਾ ਹੈ। ਕੋਈ ਕੂੜਿਆਂ ਨੂੰ ਫਰੋਲਣ 'ਤੇ ਲੱਗਾ ਹੋਇਆ ਹੈ। ਜਿਵੇਂ ਖਿਮਾ ਕਰਨਾ, ਆਪਾਂ ਦੇਖਦੇ ਹੀ ਹਾਂ ਪੰਜਾਬ ਦੀ ਧਰਤੀ 'ਤੇ ਤੁਸੀਂ ਦੇਖੋ ਜਿਹੜੀਆਂ ਰੇਲਵੇ ਸਟੇਸ਼ਨ ਹਨ ਜਾਂ ਰੇਲਵੇ ਦੀਆਂ ਪਟੜੀਆਂ ਨੇ, ਉਹਨਾਂ ਰੇਲਵੇ ਦੀਆਂ ਪਟੜੀਆਂ 'ਤੇ ਕਈ ਉਹ ਲੋਕ ਜਿਹੜੇ ਇਸ ਤਰ੍ਹਾਂ ਦੇ ਉੱਥੇ ਗਰੀਬ ਝੁੱਗੀਆਂ ਬਣਾ ਕੇ ਰਹਿੰਦੇ ਨੇ। ਕਦੀ ਉਹਨਾਂ ਦੀ ਹਾਲਤ ਨੂੰ ਤੱਕੋ, ਨੇੜੇ ਕਿੰਨਾ ਗੰਦ ਹੈ ਪਾਣੀ ਦਾ, ਕਿੰਨੀ ਗੰਦਗੀ ਹੈ, ਕੂੜਿਆਂ ਦੇ ਢੇਰ ਲੱਗੇ ਨੇ, ਤੇ ਉਹ ਲੋਕ ਉੱਥੇ ਨੇੜੇ ਝੁੱਗੀਆਂ ਬਣਾ ਕੇ ਬੈਠੇ ਨੇ। ਤੇ ਕਈ ਵਾਰ ਇਹੋ ਜਿਹੇ ਲੋਕ ਵੀ ਆਪ ਜੀ ਨੇ ਦੇਖਿਆ ਹੋਵੇ ਕਿ ਜਿਹੜੇ ਆਪਣੇ ਮੋਢੇ ਉੱਤੇ ਬੋਰੀਆਂ ਪਾ ਕੇ, ਝੋਲੀਆਂ ਪਾ ਕੇ ਆਪਣੇ ਮੋਢੇ ਤੇ ਕੂੜਿਆਂ ਦੇ ਢੇਰ ਨੂੰ ਚੁਣਦੇ ਹੋਏ ਅਸੀਂ ਵੇਖੇ ਹੋਣਗੇ ਕਈ ਵਾਰ ਸ਼ਹਿਰਾਂ ਵਿੱਚ। ਜਿੱਥੇ ਗੰਦ ਹੈ, ਕੂੜਾ ਹੈ, ਉੱਥੇ ਉਹ ਕੂੜੇ ਨੂੰ ਫਰੋਲਦੇ ਫਿਰਦੇ ਨੇ। ਇਹ ਸ਼ਬਦ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ। ਕਹਿੰਦੇ ਨੇ ਕਬਹੂ ਕੂਰਨ ਚਨੇ ਬਣਾਵੇ। ਚਨੇ ਦਾ ਮਤਲਬ ਹੁੰਦਾ ਕੋਈ ਦਾਣਾ ਚੁਗਣਾ, ਕੋਈ ਕੂੜਿਆਂ ਦੇ ਵਿੱਚੋਂ ਦਾਣੇ ਚੁਗ ਰਿਹਾ ਹੈ। ਕਈਆਂ ਨੂੰ 36 ਪ੍ਰਕਾਰ ਦੇ ਭੋਜਨ ਤੇ ਕਈਆਂ ਨੂੰ ਕੂੜੇ ਚੁਣਨ ਵਾਸਤੇ ਰੱਬ ਪਰਮਾਤਮਾ ਨੇ ਲਾਇਆ ਹੈ। ਭਗਤ ਜੀ ਕਹਿੰਦੇ ਜਿਉਂ ਰਾਮ ਰਾਖੇ ਤਿਉ ਰਹੀਏ ਰੇ ਭਾਈ। ਜਿਵੇਂ ਰੱਬ ਰੱਖਦਾ ਹੈ ਉਹਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ, ਭਾਵ ਕਿ ਕਿਸੇ ਗੱਲ ਦਾ ਮਾਨ ਹੰਕਾਰ ਨਹੀਂ ਕਰਨਾ ਚਾਹੀਦਾ। ਭਗਤ ਜੀ ਕਹਿੰਦੇ ਨੇ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਭਈ ਹਰੀ ਪਰਮਾਤਮਾ ਦੀ ਖੇਡ ਨੂੰ ਕੌਣ ਜਾਣ ਸਕਦਾ। ਭਗਤ ਜੀ ਕਹਿੰਦੇ ਨੇ ਕਬਹੂ ਤੁਰੇ ਤਰੰਗ ਨਚਾਵੈ। ਤੁਰੇ ਦਾ ਅਰਥ ਹੈ ਘੋੜੀਆਂ। ਭਗਤ ਜੀ ਕਹਿੰਦੇ ਕਈਆਂ ਨੂੰ ਰੱਬ ਨੇ ਚੰਗੀਆਂ ਚੰਗੀਆਂ ਘੋੜੀਆਂ ਦਿੱਤੀਆਂ ਨੇ ਨਸਲ ਵਾਲੀਆਂ, ਜਿਨ੍ਹਾਂ ਨੂੰ ਨਚਾਉਂਦੇ ਨੇ ਲੋਕ। ਭਾਵ ਅੱਜ ਦੇ ਸਮੇਂ 'ਚ ਸਾਨੂੰ ਇਸ ਸ਼ਬਦ ਨੂੰ ਇਉਂ ਕਹਿਣਾ ਪਏਗਾ ਕਿ ਕਈਆਂ ਨੂੰ ਵਾਹਿਗੁਰੂ ਪਰਮਾਤਮਾ ਨੇ ਬੜੀਆਂ ਬੜੀਆਂ ਕਰੋੜਾਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਪਰਮਾਤਮਾ ਨੇ ਦਿੱਤੀਆਂ ਨੇ, ਤੇ ਉਹ ਗੱਡੀਆਂ ਦੇ ਚੋਜ ਕਰ ਰਹੇ ਨੇ। ਕਈਆਂ ਨੂੰ ਰੱਬ ਨੇ ਚੰਗੀਆਂ ਚੰਗੀਆਂ ਗੱਡੀਆਂ ਦਿੱਤੀਆਂ ਨੇ। ਭਗਤ ਜੀ ਕਹਿੰਦੇ ਕਈਆਂ ਨੂੰ ਰੱਬ ਨੇ ਚੰਗੀਆਂ ਚੰਗੀਆਂ ਘੋੜੀਆਂ ਦਿੱਤੀਆਂ ਹੋਈਆਂ ਸਵਾਰੀ ਕਰਨ ਵਾਸਤੇ, ਜਿਨ੍ਹਾਂ ਘੋੜੀਆਂ ਨੂੰ ਆਪਣੀ ਮੌਜ ਵਿੱਚ ਉਹ ਨਚਾ ਰਹੇ ਨੇ। ਤੇ ਭਗਤ ਜੀ ਕਹਿੰਦੇ ਨੇ ਕਬਹੂ ਪਾਏ ਪਾਣੀਓ ਨਾ ਪਾਵੇ। ਕਹਿੰਦੇ ਕਈਆਂ ਨੂੰ ਪੈਰ 'ਚ ਪਾਉਣ ਨੂੰ ਰੱਬ ਨੇ ਜੋੜਾ ਵੀ ਨਹੀਂ ਦਿੱਤਾ, ਕਿਸੇ ਦੇ ਪੈਰ ਵਿੱਚ ਪਾਉਣ ਨੂੰ ਜੋੜਾ ਵੀ ਨਹੀਂ। ਕਿਸੇ ਦੇ ਕੋਲੇ ਚੰਗੀਆਂ ਚੰਗੀਆਂ ਘੋੜੀਆਂ, ਇਉਂ ਕਹਿ ਲਓ ਕਿਸੇ ਦੇ ਕੋਲੇ ਚੰਗੀਆਂ ਚੰਗੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਨੇ, ਤੇ ਕਿਸੇ ਬੰਦੇ ਦੇ ਕੋਲੇ ਕਿਤੇ ਜਾਣ ਵਾਸਤੇ ਛੋਟਾ ਜਿਹਾ ਟੁੱਟਾ ਸਾਈਕਲ ਵੀ ਨਹੀਂ ਹੈ। ਅੱਜ ਅਸੀਂ ਇਹਨੂੰ ਇਉਂ ਕਵਾਂਗੇ। ਭਗਤ ਜੀ ਕਹਿੰਦੇ ਕਿਸੇ ਦੇ ਪੈਰ ਵਿੱਚ ਪਾਉਣ ਨੂੰ ਜੋੜਾ ਵੀ ਨਹੀਂ, ਕਿਸੇ ਦੇ ਕੋਲੇ ਚੰਗੇ ਚੰਗੇ ਜਿਹੜੇ ਹਨ ਸਾਧਨ ਨੇ ਦੂਰ ਜਾਣ ਵਾਸਤੇ। ਤੇ ਭਗਤ ਜੀ ਕਹਿੰਦੇ ਕਬਹੂ ਖਾਟ ਸਪੇਦੀ ਸੁਹਾਵ ਹੈ। ਖਾਟ ਦਾ ਅਰਥ ਹੁੰਦਾ ਹੈ ਮੰਜੀ, ਸਪੇਦੀ ਦਾ ਅਰਥ ਹੈ ਸਪੇਦ। ਕਈਆਂ ਨੂੰ ਰੱਬ ਨੇ ਚੰਗੀਆਂ ਚੰਗੀਆਂ ਮੰਜੀਆਂ ਦਿੱਤੀਆਂ ਨੇ, ਚੰਗੇ ਚੰਗੇ ਬੈੱਡ ਦਿੱਤੇ ਤੁਸੀਂ ਕਹਿ ਸਕਦੇ ਹੋ। ਕਈਆਂ ਨੂੰ ਰੱਬ ਨੇ ਚੰਗੇ ਚੰਗੇ ਬੈੱਡ ਦਿੱਤੇ ਆ, ਸੁੰਦਰ ਉਹਦੇ ਉੱਤੇ ਵਿਛਾਉਣੇ ਦਿੱਤੇ ਨੇ, ਤੇ ਬੜੀ ਸੁੱਖ ਆਰਾਮ ਨਾਲ ਨੀਂਦ ਵਿੱਚ ਸੌਂਦੇ ਨੇ। ਤੇ ਭਗਤ ਜੀ ਕਹਿੰਦੇ ਕਬਹੂ ਭੂਮ ਪਿਆਰ ਨਾ ਪਾਵੈ। ਇੱਥੇ ਪਿਆਰ ਦਾ ਅਰਥ ਕੀਤਾ ਵਿਦਵਾਨਾਂ ਨੇ ਪਰਾਲੀ। ਕਈਆਂ ਨੂੰ ਸੌਣ ਵਾਸਤੇ ਪਰਾਲੀ ਵੀ ਨਹੀਂ ਲੱਭਦੀ ਵੀ ਪਰਾਲੀ ਲੈ ਕੇ ਕਿਤੇ ਸੌਂ ਜਾਣ। ਭਗਤ ਜੀ ਕਹਿੰਦੇ ਕਿਸੇ ਨੂੰ ਰੱਬ ਨੇ ਬਣਾ ਕੇ ਦਿੱਤੇ ਚੰਗੇ ਚੰਗੇ ਜਿਹੜੇ ਹੈ ਉਹ ਬੈੱਡ ਬਣਾ ਦਿੱਤੇ, ਚੰਗੇ ਚੰਗੇ ਰੱਬ ਪਰਮਾਤਮਾ ਨੇ ਸੌਣ ਵਾਸਤੇ ਬਸਤਰ ਦੇ ਦਿੱਤੇ। ਪਰ ਭਗਤ ਜੀ ਕਹਿੰਦੇ ਕਬਹੂ ਪਾਏ ਪਾਣੀਓ ਨਾ ਪਾਵੇ। ਕਈਆਂ ਦੇ ਪੈਰ ਵਿੱਚ ਕੋਈ ਜੋੜਾ ਵੀ ਨਹੀਂ ਹੈ। ਤੇ ਕਬਹੂ ਖਾਟ ਸਪੇਦੀ ਸੁਹਾਵੈ, ਕਬਹੂ ਭੂਰ ਪਿਆਰ ਨਾ ਪਾਵੇ। ਕਈਆਂ ਨੂੰ ਸੌਣ ਵਾਸਤੇ ਪਰਾਲੀ ਵੀ ਨਸੀਬ ਨਹੀਂ ਹੁੰਦੀ। ਤੇ ਭਗਤ ਜੀ ਅਖੀਰ ਵਿੱਚ ਕਹਿੰਦੇ ਭਣਤ ਨਾਮ ਦਿਓ ਇੱਕ ਨਾਮ ਨਿਸਤਾਰਾ। ਕਹਿਣ ਲੱਗੇ ਭਈ ਪ੍ਰਭੂ ਪਰਮਾਤਮਾ ਦਾ ਨਾਮ ਜਪੋ, ਉਹਦੇ ਨਾਲ ਹੀ ਭਲਾ ਹੋਣਾ ਹੈ। ਭਣਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਉ ਗੁਰ ਮਿਲੇ ਤੇ ਪਾਰ ਉਤਾਰੈ। ਭਈ ਗੁਰੂ ਮਿਲ ਜਾਵੇ ਤੇ ਰਹਿਮਤ ਵਰਤ ਜਾਂਦੀ। ਭਾਵ ਇੱਥੇ ਭਗਤ ਜੀ ਦਾ ਕਹਿਣ ਤੋਂ ਇਹ ਹੈ ਕਿ ਕੁਦਰਤ ਦੀਆਂ ਖੇਡਾਂ ਦਾ ਕੋਈ ਨਹੀਂ ਸਮਝ ਲੱਗਦੀ, ਕੋਈ ਨਹੀਂ ਪਤਾ ਲੱਗਦਾ। ਫਿਰ ਭਗਤ ਕਬੀਰ ਸਾਹਿਬ ਜੀ ਇੱਕ ਸ਼ਬਦ ਵਿੱਚ ਹੋਰ ਵੀ ਉਸ ਕਰਤੇ ਦੀਆਂ ਖੇਡਾਂ ਦਾ ਜ਼ਿਕਰ ਕਰਦਿਆਂ ਹੋਇਆਂ ਭਗਤ ਜੀ ਕਹਿੰਦੇ ਨੇ ਹਸਤੋ ਜਾਏ ਸੋ ਰੋਵਤ ਆਵੈ। ਕਈ ਵਾਰ ਬੰਦਾ ਹੱਸਦਾ ਹੱਸਦਾ ਤੁਰਿਆ ਜਾਂਦਾ ਹੈ ਤੇ ਚੰਦ ਮਿੰਟਾਂ ਬਾਅਦ ਹੀ ਉਹ ਰੋਂਦਾ ਤੁਰਿਆ ਆਉਂਦਾ ਹੈ। ਬੰਦੇ ਪੁੱਛਦੇ ਨੇ ਵੀ ਤੂੰ ਤੇ ਹੁਣੇ ਹੱਸਦਾ ਗਿਆ ਸੀ, ਰੋਂਦਾ ਹੋਇਆ ਕਿਉਂ ਆਉਣ ਲੱਗ ਪਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕੁਦਰਤ ਦੀ ਇਸ ਖੇਡ ਦਾ ਵੀ ਕੋਈ ਨਹੀਂ ਪਤਾ ਚੱਲਦਾ, ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹਾਸੇ ਤੋਂ ਰੋਣ ਬਣਾ ਦਿੰਦਾ ਹੈ। ਔਰ ਐਸਾ ਅਸੀਂ ਤੱਕਿਆ ਔਰ ਦੇਖਦੇ ਵੀ ਹਾਂ। ਮੈਂ ਦੇਖਿਆ ਕਿ ਮਸਕਟ ਵਿਖੇ, ਮੈਂ ਉੱਥੇ ਲੰਮਾ ਸਮਾਂ 7-8 ਸਾਲ, ਅਰਬ ਦੇਸ਼ ਹੈ ਉਹ, ਅਰਬ ਦੇਸ਼ਾਂ ਵਿੱਚ ਮੈਂ ਜਾਂਦਾ ਰਿਹਾ। ਮਸਕਟ ਮੈਂ ਗਿਆ ਇੱਕ ਵਾਰੀ, ਉੱਥੇ ਦੱਸਿਆ ਕਹਿਣ ਲੱਗੇ ਇੱਕ ਇੰਡੀਆ ਤੋਂ ਪਰਿਵਾਰ ਆਇਆ
ਤੇ ਉਹ ਆਦਮੀ ਉੱਥੇ ਹੀ ਰਹਿੰਦਾ ਸੀ ਮਸਕਟ ਹੀ। ਉਹਦੀ ਘਰ ਵਾਲੀ ਪਤਨੀ ਉਹਦੀ ਇੰਡੀਆ ਤੋਂ ਆਈ ਤੇ ਕਹਿੰਦੇ ਨੇ ਉਹ ਜਦੋਂ ਏਅਰਪੋਰਟ ਤੋਂ ਉਹਨੂੰ ਲੈਣ ਵਾਸਤੇ ਗਿਆ ਤੇ ਉਹ ਦੂਜੇ ਬੰਨੇ ਸੀ ਸੜਕ ਦੇ, ਤੇ ਉਹਨੇ ਗੱਡੀ ਉਰਲੇ ਬੰਨੇ ਖਿਲਾਰ ਲਈ ਵੀ ਚਲੋ ਪਾਰਕ ਦੇ ਵਿੱਚ ਗੱਡੀ ਕਾਹਦੇ ਵਾਸਤੇ ਲਾਉਣੀ ਹੈ। ਫੋਨ ਤੇ ਗੱਲਬਾਤ ਹੋ ਗਈ ਵੀ ਜੇ ਤੂੰ ਨੇੜੇ ਹੀ ਹੈ ਤੇ ਮੈਂ ਗੱਡੀ ਪਾਰਕ ਵਿੱਚ ਨਹੀਂ ਲਾਉਂਦਾ, ਤੂੰ ਸੜਕ ਪਾਰ ਕਰਕੇ ਦੂਜੀ ਸਾਈਡ ਤੇ ਆ ਜਾਵੀਂ। ਤਾਂ ਇਸ ਤਰ੍ਹਾਂ ਉਹਨਾਂ ਨੇ ਫੋਨ ਤੇ ਸੰਪਰਕ ਹੋ ਗਿਆ। ਉਹਨੇ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦਾ ਪਿਆ ਕਿ ਸੜਕ ਦੇ ਦੂਜੇ ਕਿਨਾਰੇ ਤੇ ਉਹਦੀ ਪਤਨੀ ਹੈ, ਉਰਲੇ ਕਿਨਾਰੇ ਤੇ ਉਹ ਗੱਡੀ ਖਿਲਾਰ ਕੇ ਖਲੋਤਾ ਹੈ। ਤੇ ਆਪਸ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਵੇਖ ਵੀ ਲਿਆ, ਹੱਥ ਦੇ ਇਸ਼ਾਰੇ ਵੀ ਕਰ ਦਿੱਤੇ ਨੇ। ਇੱਕ ਸਕਿੰਟ ਵਿੱਚ ਜਿਹੜਾ ਖੁਸ਼ੀਆਂ ਦਾ ਮਾਹੌਲ ਸੀ ਉਹ ਗਮੀਆਂ 'ਚ ਬਦਲ ਗਿਆ। ਉਸ ਨੇ ਧਿਆਨ ਹੀ ਨਾ ਦਿੱਤਾ ਤੇ ਕਿਉਂਕਿ ਮੇਨ ਹਾਈਵੇ ਸੀ, ਉਹ ਸੜਕ ਪਾਰ ਕਰਨ ਲੱਗੀ ਤੇ ਸੜਕ ਪਾਰ ਕਰਦਿਆਂ ਹੋਇਆਂ ਉਹਦਾ ਖਿਆਲ ਨਾ ਆਇਆ, ਇਹਨੇ ਚਲੋ ਇੱਕ ਸਪੀਡ ਦੇ ਨਾਲ ਗੱਡੀ ਆਈ ਤੇ ਵੇਂਦਿਆਂ ਉਹਨੇ ਚੀਥੜੇ ਉਡਾ ਕੇ ਰੱਖ ਦਿੱਤੇ ਉਸ ਬੀਬੀ ਦੇ। ਉਹਦੇ ਵੇਂਦਿਆਂ ਇਹ ਮਾਹੌਲ ਬਣ ਗਿਆ। ਖੁਸ਼ੀਆਂ ਇੱਕ ਸਕਿੰਟ ਦੇ ਵਿੱਚ ਹੀ ਰੋਣ 'ਚ ਬਦਲ ਗਈਆਂ। ਭਗਤ ਜੀ ਜੋ ਕਹਿ ਰਹੇ ਨੇ ਇਹ ਵਾਪਰ ਜਾਂਦਾ ਜਗਤ ਦੇ ਅੰਦਰ, ਇਹ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਕੁਦਰਤ ਦੀ ਖੇਡ ਨੂੰ ਭਈ ਕੋਈ ਨਹੀਂ ਜਾਣ ਸਕਦਾ ਕਿ ਮਿੰਟਾਂ ਵਿੱਚ ਹੱਸਦੇ ਤੋਂ ਪਰਮਾਤਮਾ ਰੋਣ ਬਣਾ ਦੇਵੇ। ਉਹਦੀ ਇਸ ਖੇਡ ਨੂੰ ਕੋਈ ਅਸੀਂ ਜਾਣ ਨਹੀਂ ਸਕਦੇ। ਹੱਸਤੋ ਜਾਏ ਸੋ ਰੋਵਤ ਆਵੇ, ਹੱਸਦਾ ਹੋਇਆ ਜਾਂਦਾ ਜੀਵ ਰੋਂਦਾ ਹੋਇਆ ਵੀ ਆ ਸਕਦਾ ਹੈ। ਤੇ ਕਹਿੰਦੇ ਰੋਵਤ ਜਾਏ ਸੋ ਹੱਸੈ, ਹੋ ਸਕਦਾ ਕੋਈ ਰੋਂਦਾ ਹੋਇਆ ਤੁਰਿਆ ਜਾਵੇ ਪਰ ਅਗਲੇ ਬੰਨੇ ਖੇਡ ਇਹੋ ਜਿਹੀ ਬਣ ਜਾਏ ਪਰਮਾਤਮਾ ਦੀ, ਉਹਨੂੰ ਕੋਈ ਜਿਸ ਵਾਸਤੇ ਉਹ ਰੋ ਰਿਹਾ ਹੈ ਉਹ ਦਾਤ ਮਿਲ ਜਾਏ ਤੇ ਉਹਨੂੰ ਹਾਸਾ ਆ ਜਾਵੇ। ਭਗਤ ਜੀ ਕਹਿੰਦੇ ਰੋਂਦਿਆਂ ਹੋਇਆਂ ਨੂੰ ਉਹ ਹਸਾ ਸਕਦਾ ਹੈ, ਹੱਸਦਿਆਂ ਹੋਇਆਂ ਨੂੰ ਉਹ ਰਵਾ ਸਕਦਾ ਹੈ। ਉਹਦੀ ਖੇਡ ਨੂੰ ਕੋਈ ਨਹੀਂ ਜਾਣ ਸਕਦਾ। ਕਹਿੰਦੇ ਨੇ ਬਸਤੋ ਜਾਏ ਬਸਤੋ ਹੋਏ ਸੋ ਬਸੈ। ਕਹਿੰਦੇ ਬਸਦਿਆਂ ਹੋਇਆਂ ਨੂੰ ਪਰਮਾਤਮਾ ਪ੍ਰਭੂ ਵਾਹਿਗੁਰੂ ਪਰਮੇਸ਼ਰ ਜਿਹੜਾ ਬਸਤੋ ਹੋਏ ਸੋ ਊਜਰ ਹੋਏ ਸੋ ਬਸੈ। ਆਪਣੇ ਕਈ ਆਪਾਂ ਦੇਖਿਆ ਬੜੇ ਬੜੇ ਦੇਸ਼ ਵਸਦੇ ਹੋਏ ਪ੍ਰਭੂ ਪਰਮਾਤਮਾ ਦੀ ਖੇਡ ਦੇ ਨਾਲ ਐਸਾ ਹੋਇਆ, ਵਸਦੇ ਹੋਇਆ ਸ਼ਹਿਰਾਂ ਨੂੰ ਉਜਾੜ ਕੇ ਰੱਖ ਦਿੱਤਾ, ਉਜੜੇ ਹੋਏ ਥਾਵਾਂ ਦੇ ਉੱਤੇ ਸ਼ਹਿਰ ਵਸਾ ਦਿੱਤੇ। ਇਹ ਕੁਝ ਤਾਂ ਅੱਜ ਵੀ ਵਾਪਰ ਜਾਂਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ, ਕੋਈ ਤੂਫਾਨ ਆਉਂਦਾ ਹੈ, ਇਸ ਤਰ੍ਹਾਂ ਦੇ ਨਾਲ ਕਈ ਵਾਰ ਭੁਚਾਲ ਆਉਂਦਾ ਹੈ ਤੇ ਵਸਦੇ ਹੋਏ ਚੰਗੇ ਚੰਗੇ ਸ਼ਹਿਰ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਬਰਬਾਦ ਹੋ ਜਾਂਦੇ ਨੇ। ਪਰ ਜਿਹੜੇ ਬਰਬਾਦ ਹੋਏ ਨੇ ਉਹਨਾਂ ਨੂੰ ਆਬਾਦ ਵੀ ਕਰਨ ਦੇ ਲਈ ਪ੍ਰਭੂ ਆਪ ਹੀ ਕੋਈ ਖੇਡ ਬਣਾਉਣ ਦਾ ਆਬਾਦ ਵੀ ਹੋ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਵਸਦਿਆਂ ਹੋਇਆਂ ਨੂੰ ਉਹ ਉਜਾੜ ਸਕਦਾ ਹੈ, ਉਜੜਿਆਂ ਹੋਇਆਂ ਨੂੰ ਪਰਮਾਤਮਾ ਵਸਾ ਸਕਦਾ ਹੈ। ਤੇ ਭਗਤ ਜੀ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ। ਕਹਿਣ ਲੱਗੇ ਜਿੱਥੇ ਜਲ ਥਲ ਬੜਾ ਹੈ ਉੱਥੇ ਪ੍ਰਭੂ ਪਰਮਾਤਮਾ ਚਾਹਵੇ ਤੇ ਉਹ ਸਾਰੇ ਜਲ ਥਲ ਨੂੰ ਖਤਮ ਕਰ ਸਕਦਾ ਹੈ, ਭਾਵ ਕਿ ਉੱਥੇ ਪਾਣੀ ਦਾ ਨਾਮੋ ਨਿਸ਼ਾਨ ਵੀ ਨਾ ਹੋਵੇ। ਪਰ ਜਿੱਥੇ ਆਸ ਹੀ ਕੋਈ ਨਹੀਂ ਵੀ ਇੱਥੇ ਪਾਣੀ ਹੋ ਸਕਦਾ ਉੱਥੇ ਜਲ ਥਲ ਕਰ ਦੇਵੇ। ਭਗਤ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਚਾਹਵੇ ਤੇ ਖੂਹ ਵਾਲੀ ਜਗ੍ਹਾ ਤੇ ਇੱਕ ਮੇਰ ਦਾ ਅਰਥ ਹੁੰਦਾ ਪਰਬਤ ਪਹਾੜ, ਹੋ ਸਕਦਾ ਡੂੰਘੀ ਚੀਜ਼ ਉੱਤੇ ਪਰਮਾਤਮਾ ਪਹਾੜ ਬਣਾ ਦੇਵੇ ਤੇ ਪਹਾੜੀ ਉੱਤੇ ਹੋ ਸਕਦਾ ਰੱਬ ਖੂਹ ਬਣਾ ਦੇਵੇ। ਇਸ ਕਰਕੇ ਉਹਦੀਆਂ ਖੇਡਾਂ ਨੂੰ ਕੋਈ ਨਹੀਂ ਜਾਣ ਸਕਦਾ। ਭਗਤ ਜੀ ਕਹਿੰਦੇ ਨੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ। ਧਰਤੀ ਤੇ ਆਕਾਸ਼ ਹੈ, ਜਦੋਂ ਉਹਦਾ ਜੀ ਕਹੇ ਭਾਵੇਂ ਉਹ ਆਕਾਸ਼ ਥੱਲੇ ਸੁੱਟ ਦੇਵੇ ਧਰਤੀ ਉੱਪਰ ਕਰ ਦੇਵੇ, ਉਹਦੀ ਖੇਡ ਨੂੰ ਅਸੀਂ ਜੀਵ ਨਹੀਂ ਜਾ ਸਕਦੇ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਤੇ ਪੰਡਤ ਤੇ ਮੁਗਦਾਰੀ। ਭਗਤ ਜੀ ਕਹਿੰਦੇ ਨੇ ਉਹ ਮੂਰਖਾਂ ਨੂੰ ਪੰਡਤ ਬਣਾ ਸਕਦਾ ਹੈ, ਮਹਾਨ ਵਿਦਵਾਨਾਂ ਨੂੰ ਮੂਰਖ ਬਣਾ ਸਕਦਾ ਹੈ। ਇਹ ਸਾਰੀ ਕਰਤੇ ਦੀ ਜਿਹੜੀ ਕੁਦਰਤ ਦੀ ਖੇਡ ਹੈ ਉਹ ਸਾਡੇ ਜੀਵਾਂ ਦੀ ਸਮਝ ਤੋਂ ਬਾਹਰ ਹੈ। ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੀ ਵਿਚਾਰ ਰੱਖਿਆ ਹੈ ਕਿ ਉਸ ਪਰਮਾਤਮਾ ਪਰਮੇਸ਼ਰ ਨੇ ਜੋ ਕੁਝ ਬਣਾਇਆ ਹੈ ਉਹਦੀ ਖੇਡ ਨੂੰ ਅਸੀਂ ਨਹੀਂ ਜੀਵ ਜਾਣ ਸਕਦੇ। ਸਹਿਬ ਕਿਰਪਾ ਕਰਦੇ ਨੇ ਖੰਡ ਪਾਤਾਲ ਅਸੰਖ ਮੈਂ ਗਣਤ ਨਾ ਹੋਈ। ਮੇਰੇ ਕੋਲੋਂ ਇਸ ਦੀ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੇ ਕੋਨੇ ਖੰਡ ਮੰਡਲ ਪਤਾਲ ਬਣਾਏ ਨੇ, ਗਿਣਤੀ ਤੋਂ ਬਾਹਰ ਹਨ। ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧੈ ਗੋਈ। ਸਿਰਜੀ ਦਾ ਮਤਲਬ ਬਣਾਈ, ਗੋਈ ਬਣੇ ਨਾਸ਼ ਕਰਨਾ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਰਤਾ ਹੈ। ਗੋਬਿੰਦ ਦਾ ਮਤਲਬ ਹੈ ਪਾਲਣਾ ਕਰਨ ਵਾਲਾ। ਗੋਬਿੰਦ ਧਰਤੀ ਬਿੰਦ ਬਹਿਣੇ ਸੰਭਾਲ ਕਰਨੀ। ਹੇ ਅਕਾਲ ਪੁਰਖ ਤੂੰ ਕਰਤਾ ਵੀ ਹੈ ਤੇ ਬਣਾ ਕੇ ਸੰਭਾਲ ਵੀ ਕਰਦਾ ਹੈ। ਤੂੰ ਆਪ ਹੀ ਸ੍ਰਿਸ਼ਟੀ ਨੂੰ ਸਿਰਜਿਆ ਹੈ, ਆਪ ਹੀ ਤੂੰ ਨਸ਼ਟ ਕਰ ਸਕਦਾ ਹੈ। 1,84 ਮੇਦਨੀ ਤੁਝ ਹੀ ਤੇ ਹੋਈ। ਇਹ 84 ਲੱਖ ਜਿਹੜੀ ਜਿਉਣ ਹੈ ਇਹ ਵੀ ਤੇਰੇ ਤੋਂ ਮੇਦਨੀ ਕਹਿੰਦੇ ਨੇ ਧਰਤੀ ਨੂੰ। ਧਰਤੀ ਵੀ ਤੂੰ ਬਣਾਈ, 84 ਲੱਖ ਜਿਉਣ ਵੀ ਪਰਮਾਤਮਾ ਤੂੰ ਹੀ ਬਣਾਈ ਹੈ। ਫਿਰ ਕਹਿੰਦੇ ਇੱਕ ਰਾਜੇ ਖਾਨ ਮਲੂਕ ਕਹੈ ਕਹਾਵੈ ਕੋਈ। ਹੇ ਵਾਹਿਗੁਰੂ ਇਸ ਧਰਤੀ ਉੱਤੇ ਕੋਈ ਰਾਜਾ ਖਵਾ ਰਿਹਾ ਹੈ,
ਕੋਈ ਮਲੂਕ ਚੌਧਰੀ ਅਖਵਾ ਰਿਹਾ ਹੈ, ਕੋਈ ਆਪਣੇ ਆਪ ਨੂੰ ਖਾਨ ਖਵਾ ਰਿਹਾ ਹੈ, ਕੋਈ ਕਹਾ ਰਿਹਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹ ਵੀ ਸਾਰੇ ਜਿਹੜੇ ਆਪਣੇ ਆਪ ਨੂੰ ਕੋਈ ਰਾਜਾ ਅਖਵਾਉਂਦਾ ਹੈ, ਕੋਈ ਚੌਧਰੀ ਅਖਵਾਉਂਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਵੀ ਤੂੰ ਪਰਮਾਤਮਾ ਆਪ ਹੀ ਜਿਸ ਨੂੰ ਜੋ ਜਿਸ ਤਰ੍ਹਾਂ ਦੀ ਤੂੰ ਮੱਤ ਬੁੱਧ ਦਿੱਤੀ ਹੈ, ਜਿਸ ਬੰਨੇ ਲਾਇਆ ਉਧਰ ਜੀਵ ਲੱਗੇ ਹੋਏ ਨੇ। ਤੇ ਸਾਹਿਬ ਕਹਿੰਦੇ ਇੱਕ ਸ਼ਾਹ ਸਦਾਵੈ ਸੰਚ ਧਨ, ਦੂਜੇ ਪਤ ਕੋਈ ਆਪਣੇ ਆਪ ਨੂੰ ਸ਼ਾਹ ਸਦਾ ਰਿਹਾ ਹੈ। ਸੰਚ ਧਨ ਮੈਨੇ ਮਾਇਆ, ਸੰਚ ਮੈਨੇ ਇਕੱਠਾ ਕਰਨਾ, ਕੋਈ ਧਨ ਨੂੰ ਇਕੱਤਰ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਸਦਵਾ ਰਿਹਾ ਹੈ। ਤੇ ਸਾਹਿਬ ਕਹਿੰਦੇ ਇੱਕ ਦਾਤੇ ਇੱਕ ਮੰਗਤੇ, ਸਭਨਾ ਸਿਰ ਸੋਈ। ਇੱਥੇ ਕੋਈ ਦਾਤਾ ਹੈ, ਕੋਈ ਇੱਥੇ ਮੰਗਤਾ ਹੈ, ਪਰ ਸਾਰਿਆਂ ਦੇ ਸਿਰ ਉੱਤੇ ਖਸਮ ਪਰਮਾਤਮਾ ਆਪ ਹੀ ਹੈ। ਭਾਵ ਕਿ ਰਾਜਿਆਂ ਨੂੰ ਚਾਹੇ ਭਿਖਾਰੀਆਂ ਨੂੰ ਭਿਖਾਰੀ ਬਣਾਉਣ ਵਾਲਾ ਭਿਖਾਰੀ, ਤੇ ਰਾਜੇ ਨੂੰ ਬਣਾਉਣ ਵਾਲਾ ਰਾਜਾ ਵੀ ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਹੈ। ਸਾਹਿਬ ਕਹਿੰਦੇ ਸਾਰਿਆਂ ਦੇ ਸਿਰ ਉੱਤੇ ਪਰਮਾਤਮਾ ਤੇਰਾ ਆਪਣਾ ਹੀ ਹੱਥ ਹੈ। ਭਾਵ ਕਿ ਤੇਰੀ ਹੁਕਮ ਦੇ ਵਿੱਚ ਹੀ ਕੋਈ ਰਾਜਾ ਬਣ ਰਿਹਾ, ਕੋਈ ਮੰਗਤਾ ਬਣ ਰਿਹਾ ਹੈ। ਵਿਣ ਨਾਮ ਹੈ ਬਾਜ਼ਾਰੀਆ ਪਿਹਾਵਲ ਹੋਈ। ਹੁਣ ਸਾਹਿਬ ਕਹਿੰਦੇ ਨੇ ਇੰਨਾ ਕੁਝ ਕਹਿਣ ਤੋਂ ਬਾਅਦ ਅਖੀਰਲੀ ਤੁਕ ਵਿੱਚ ਕਹਿ ਦਿੱਤਾ, ਕਹਿੰਦੇ ਨਾਮ ਤੋਂ ਬਿਨਾ ਇਹ ਜਿੰਨਾ ਕੁਝ ਉੱਤੇ ਦੱਸਿਆ ਨਾ ਸਾਹਿਬ ਜੀ ਨੇ ਕੁਦਰਤ ਦੀ ਖੇਡ ਨੂੰ, ਸਾਹਿਬ ਕਹਿੰਦੇ ਜੇ ਮੰਨ ਲਓ ਕਿਸੇ ਨੂੰ ਰਾਜਾ ਬਣਾਤਾ, ਚੌਧਰੀ ਬਣਾਤਾ, ਸ਼ਾਹੂਕਾਰ ਬਣਾਤਾ, 84 ਲੱਖ ਜੂਨ ਬਣਾ ਕੇ ਪ੍ਰਭੂ ਪਰਮਾਤਮਾ ਨੇ ਕੋਈ ਰਾਜੇ ਬਣਾਤੇ, ਮੰਗਤੇ ਬਣਾਤੇ, ਭਿਖਾਰੀ ਬਣਾਤੇ, ਜੋ ਕੁਝ ਵੀ ਬਣਾਇਆ, ਪਰ ਸਾਹਿਬ ਕਹਿੰਦੇ ਜੇ ਪਰਮਾਤਮਾ ਦੇ ਨਾਮ ਤੋਂ ਜੀਵ ਟੁੱਟ ਗਏ ਨੇ, ਜਿਹੜੇ ਜੀਵ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਸਾਹਿਬ ਕਹਿੰਦੇ ਪਿਹਾਵਲ ਹੋਈ। ਪਿਹਾਵਲ ਦਾ ਅਰਥ ਕੀਤਾ ਵਿਦਵਾਨਾਂ ਨੇ ਧਰਤੀ ਵਿਆਕਲ ਹੋ ਜਾਂਦੀ ਹੈ ਕਿ ਹੇ ਪਰਮਾਤਮਾ ਤੂੰ ਇਹ ਸਾਰੇ ਜੀਵ ਜੰਤੂ ਬਣਾ ਤੇ ਦਿੱਤੇ ਨੇ, ਪਰ ਜਿਹੜੇ ਤੈਨੂੰ ਭੁੱਲ ਜਾਂਦੇ ਨੇ, ਅਕਿਰਤ ਘਣ ਹੋ ਜਾਂਦੇ ਨੇ, ਉਹਨਾਂ ਦਾ ਮੈਨੂੰ ਭਾਰ ਬਹੁਤ ਲੱਗਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵਿੱਚ ਕਿਹਾ, ਕਹਿੰਦੇ ਧਰਤੀ ਨੂੰ ਸਵਾਲ ਕਰਦੇ ਨੇ ਵੀ ਤੈਨੂੰ ਭਾਰ ਕਿਹੜੀ ਚੀਜ਼ ਦਾ ਲੱਗਦਾ ਹੈ। ਇੰਨੇ ਪਰਬਤ ਨੇ, ਇੰਨੀ ਬਨਸਪਤੀ ਹੈ, ਇੰਨੇ ਜੀਵ ਜੰਤੂ ਨੇ, ਤੈਨੂੰ ਇਹਨਾਂ ਦਾ ਭਾਰ ਲੱਗਦਾ ਕਿਸੇ ਦਾ? ਤੇ ਭਾਈ ਗੁਰਦਾਸ ਕਹਿੰਦੇ ਮੈਂ ਧਰਤੀ ਨੂੰ ਇੱਕ ਸਵਾਲ ਕੀਤਾ ਤੇ ਇੱਕ ਦਾ ਜਵਾਬ ਧਰਤੀ ਨੇ ਅੱਗੋਂ ਦਿੱਤਾ। ਭਾਈ ਸਾਹਿਬ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ। ਉਹਨੇ ਕਿਹਾ ਜਿਹੜੇ ਅਸਮਾਨ ਤੱਕ ਛੂੰਹਦੇ ਨੇ ਨਾ ਪਰਬਤ, ਮੈਨੂੰ ਇਹ ਵੀ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ। ਬੜੇ ਬੜੇ ਕਿਲੇ ਤੇ ਬੜੇ ਬੜੇ ਘਰ ਜਿਹੜੇ ਨੇ ਇਹ ਵੀ ਮੈਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਸਾਇਰਾ ਨਦ ਵਾਹ ਵਹੰਦੇ, ਨਦੀਆਂ ਬੜੀਆਂ ਬੜੀਆਂ ਸਮੁੰਦਰ, ਇਹਨਾਂ ਦਾ ਵੀ ਮੈਨੂੰ ਕੋਈ ਭਾਰ ਨਹੀਂ ਹੈ। ਨਾ ਤਿਸ ਭਾਰੇ ਤਰਵਰਾਂ ਫਲ ਸੋ ਫਲ ਫਲੰਦੇ, ਭਈ ਬੜੇ ਬੜੇ ਇੱਥੇ ਦਰਖਤ ਨੇ ਜਿਨ੍ਹਾਂ ਨੂੰ ਫਲ ਲੱਗਦੇ ਨੇ, ਉਹ ਵੀ ਮੈਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਜੀ ਜੰਤ ਆਗਿਣਤ ਫਰੰਦੇ, ਬੜੇ ਬੜੇ ਭਾਰੇ ਜੀਵ ਵੀ ਇੱਥੇ ਜੰਤੂ ਹਨ, ਉਹਨਾਂ ਦਾ ਵੀ ਮੈਨੂੰ ਕੋਈ ਭਾਰ ਨਹੀਂ ਹੈ। ਫਿਰ ਭਾਈ ਗੁਰਦਾਸ ਕਹਿੰਦਾ ਵੀ ਤੂੰ ਰੋਂਦੀ ਕਿਉਂ ਹੈ ਧਰਤੀ ਨੂੰ? ਕਹਿੰਦਾ ਤੂੰ ਕਰਲਾਉਂਦੀ ਕਿਉਂ ਹੈ? ਤੂੰ ਕਿਉਂ ਕਹਿੰਦੀ ਮੈਨੂੰ ਭਾਰ ਬੜਾ? ਕਿਹਦਾ ਭਾਰ ਹੈ ਤੈਨੂੰ? ਤੇ ਧਰਤੀ ਨੇ ਕਿਹਾ ਇੱਕ ਹੀ ਚੀਜ਼ ਦਾ ਮੈਨੂੰ ਭਾਰ ਲੱਗਦਾ ਹੈ, ਭਾਰੀ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਜਿਨ੍ਹਾਂ ਨੂੰ ਪਰਮਾਤਮਾ ਨੇ ਮੈਨੂੰ ਧਰਮਸ਼ਾਲ ਬਣਾ ਕੇ ਤੇ ਜੀਵਾਂ ਨੂੰ ਇੱਥੇ ਧਰਮ ਕਮਾਉਣ ਵਾਸਤੇ ਭੇਜਿਆ ਹੈ, ਜਿਹੜੇ ਆਪਣਾ ਫਰਜ਼ ਭੁੱਲ ਗਏ ਨੇ, ਮੈਨੂੰ ਉਹ ਭਾਰੇ ਲੱਗਦੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇੱਕ ਵਿਣ ਨਾਮੇ ਬਾਜ਼ਾਰੀਆਂ ਪਿਹਾਵਲ ਹੋਈ। ਉਹ ਜੀਵ ਜਿਹੜੇ ਨੇ ਇਸ ਧਰਤੀ ਉੱਤੇ ਆਏ ਜ਼ਰੂਰ ਨੇ, ਪਰ ਪਰਮਾਤਮਾ ਦੇ ਨਾਮ ਤੋਂ ਟੁੱਟ ਗਏ, ਉਹਨਾਂ ਦਾ ਭਾਰ ਹੀ ਧਰਤੀ ਕਹਿੰਦੀ ਮੈਨੂੰ ਲੱਗਦਾ ਹੈ। ਕੂੜ ਨਿਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਾਹਿਬ ਜੀ ਕਹਿੰਦੇ ਨੇ ਕੂੜ ਤਾਂ ਇੱਕ ਦਿਨ ਨਾਸ਼, ਭਾਵ ਕਿ ਕੂੜ ਦਾ ਭਾਵ ਹੈ ਨਾ ਰਹਿਣ ਵਾਲੀ ਚੀਜ਼, ਸੱਚ ਤੋਂ ਭਾਵ ਹੈ ਜੋ ਸਦੀਵੀ ਹੈ। ਜੋ ਕੁਝ ਪਰਮਾਤਮਾ ਨੇ ਬਣਾਇਆ, ਜਿਹਦੇ ਵਿੱਚ ਸਾਰਾ ਕੁਝ ਗਿਣ ਕੇ ਗੁਰੂ ਸਾਹਿਬ ਨੇ ਦੱਸਦਾ, ਇਹ ਸਾਰਾ ਕੁਝ ਨਸ਼ਟ ਹੋ ਜਾਣਾ ਹੈ, ਖਤਮ ਹੋ ਜਾਣਾ ਹੈ, ਤੇ ਰਹਿਣਾ ਕੇਵਲ ਸੰਸਾਰ ਤੇ ਪ੍ਰਭੂ ਪਰਮਾਤਮਾ, ਉਹਦਾ ਨਾਮ ਹੈ। ਸਾਹਿਬ ਜੀ ਕਿਰਪਾ ਕਰਦੇ ਨੇ ਕਿ ਉਸੇ ਨਾਮ ਨੂੰ ਹੀ ਜੀਵ ਨੇ ਜਪਣਾ, ਜਿਹੜਾ ਨਾਮ ਸਦੀਵੀ ਹੈ ਪਰਮਾਤਮਾ ਦਾ। ਭਾਵ ਪਰਮੇਸ਼ਰ ਦੀ ਜੀਵ ਵਡਿਆਈ ਕਰੇ, ਉਹਦੀਆਂ ਕੁਦਰਤ ਦੀਆਂ ਖੇਡਾਂ ਨੂੰ ਵੇਖ ਕੇ ਜੀਵ ਉਹਦਾ ਸ਼ੁਕਰ ਕਰੇ ਪਰਮਾਤਮਾ ਦਾ ਕਿ ਵਾਹਿਗੁਰੂ ਤੂੰ ਸਾਨੂੰ ਪੈਦਾ ਕੀਤਾ, ਸਾਡੀ ਸੰਭਾਲ ਵੀ ਤੂੰ ਆਪ ਹੀ ਕਰ ਰਿਹਾ ਹੈ। ਇਸ ਕਰਕੇ ਉਸ ਨਿਰੰਕਾਰ ਦੀ ਸਿਫਤ ਸਲਾਹ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਜਿਹੜਾ ਵੀ ਪ੍ਰਭੂ ਪਰਮਾਤਮਾ ਪਰਮੇਸ਼ਰ ਦੀਆਂ ਵਡਿਆਈਆਂ ਕਰਦਾ, ਸਾਹਿਬ ਜੀ ਕਹਿੰਦੇ ਉਹਦਾ ਲੋਕ ਸੁਖੀਆ ਪਰਲੋਕ ਸਹਿਲਾ ਹੋ ਜਾਂਦਾ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।